ਵੱਡੇ ਭਾਗ ਨੇ। ਮੈਨੂੰ ਇਉਂ ਲੱਗਦਾ ਜਿਵੇਂ ਇਹਦੀ ਬੁੱਧੀ ਭਗਤੀ ਨਾ ਭਿੱਜੀ ਹੁੰਦੀ ਹੈ। ਮਹਾਰਾਜ ਇਹ ਕੌਣ ਹੈ? ਹਾਂਜੀ। ਸੁਨ ਕਰ ਬਚਨ ਉਚਾਰੇ ਸ਼੍ਰੀ ਮੁਖ ਚੀਨਹੁ ਸੰਤ ਸਰੂਪਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਅੱਜ ਜਿਹੜੇ ਕਹਿੰਦੇ ਸੰਤ ਸ਼ਬਦ ਹੁਣ ਹੀ ਚੱਲਿਆ, ਸੰਤ ਸ਼ਬਦ ਪੁਰਾਤਨ ਹੈ ਤੇ ਮਹਾਰਾਜ ਨੇ ਬਾਣੀ ਦੇ ਵਿੱਚ ਕਿੰਨੀ ਵਾਰੀ ਲਿਖਿਆ ਤੇ ਸਿੱਖਾਂ ਦੀ ਅਵਸਥਾ ਸੰਤਾਂ ਵਾਲੀ ਹੋਈ ਹੈ। ਮਹਾਰਾਜ ਕਹਿੰਦੇ ਮਰਦਾਨਿਆ ਇਹ ਸੰਤ ਸਰੂਪ ਹੈ, ਸੰਤ ਸਰੂਪ ਇਹ ਸੰਤ ਹੀ ਹੈ। ਮਹਾਰਾਜ ਕਹਿੰਦੇ ਹਾਂਜੀ। ਭਗਤ ਕਰਤ ਬੀਤੇ ਕੁਛ ਜਨਮਾ ਅਬਹੀ ਸਫਲ ਅਨੂਪਾ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਮਰਦਾਨਿਆ ਇਹ ਜਿਹਦੇ ਘਰ ਵਿੱਚ ਅਸੀਂ ਆਏ ਆ ਕਈ ਜਨਮ ਹੋ ਗਏ ਇਹਨੂੰ ਭਗਤੀ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ ਜਿਹੜੇ ਭਗਤੀ ਕਰਨ ਦੇ ਸਨ ਅਜੇ ਤੱਕ ਫਲ ਨਹੀਂ ਸੀ ਮਿਲਿਆ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਫਲ ਦੇਣ ਆਏ ਆ ਧਰਤੀ ਤੇ। ਮਹਾਰਾਜ ਕਹਿੰਦੇ ਕਈ ਦਿਨ ਹੋ ਗਏ, ਵਾਹਿਗੁਰੂ ਕਈ ਜਨਮ ਹੋ ਗਏ ਸਨ ਇਹਨੂੰ ਭਗਤੀ ਕਰਦੇ ਆ, ਇਸ ਵਾਰ ਇਹਦਾ ਜਨਮ ਸਫਲਾ ਕਰਨਾ। ਮਹਾਰਾਜ ਕਹਿੰਦੇ ਇਹਦੀ ਗੱਲ ਬਣਾਉਣ ਆਏ ਆ। ਹਾਂਜੀ। ਨੌ ਬਿਦ ਭਗਤ ਅਹਿ ਮਰਦਾਨਾ ਜਾਮ ਹੈ ਏਕੋ ਹੋਈ। ਹਾਂਜੀ। ਭਵ ਸਾਗਰ ਤਰ ਗਤ ਕੋ ਪਾਵੈ ਨੈ ਲਖ ਸੰਸਾ ਕੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 9 ਤਰ੍ਹਾਂ ਦੀ ਭਗਤੀ ਵਿੱਚੋਂ ਇੱਕ ਤਰ੍ਹਾਂ ਦੀ ਵੀ ਭਗਤੀ ਹੋਵੇ ਨਾ ਕਿਸੇ ਵਿੱਚ, ਉਹ ਸੰਸਾਰ ਤੋਂ ਤਰ ਜਾਂਦਾ ਹੈ। ਨਵਦਾ ਭਗਤੀ ਵਿੱਚੋਂ ਇੱਕ ਭਗਤੀ ਵੀ ਕਿਸੇ ਕੋਲ ਹੋਵੇ ਉਹ ਸੰਸਾਰ 'ਚ ਤਰ ਜਾਂਦਾ, ਸ਼ੱਕ ਕੋਈ ਨਹੀਂ। ਹਾਂਜੀ। ਮਰਦਾਨਾ ਬੂਝਤ ਭਾਤ ਬਹੀ ਸਭ ਬਿਦ ਭਗਤ ਕਹੀਜੈ। ਗੱਜ ਕੇ ਆਖੋ ਵਾਹਿਗੁਰੂ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ 9 ਤਰ੍ਹਾਂ ਦੀ ਭਗਤੀ, ਇਹ ਤੇ ਮੈਂ ਕਦੀ ਸੁਣਿਆ ਹੀ ਨਹੀਂ। ਮਹਾਰਾਜ ਕਿਰਪਾ ਕਰੋ ਤੇ ਮੈਨੂੰ ਫਿਰ 9 ਤਰ੍ਹਾਂ ਦੀ ਭਗਤੀ ਦੱਸੋ ਵੀ 9 ਤਰ੍ਹਾਂ ਦੀ ਭਗਤੀ ਕਿਹੜੀ ਹੁੰਦੀ ਹੈ। ਹਾਂਜੀ। ਜਹ ਕੇ ਕਰਤ ਪਰਮਗਤ ਭਾਵੈ ਭਵਜਲ ਭਲੇ ਤਰੀਜੈ। ਵੀ ਜਿਹੜੀ ਕੀਤਿਆਂ ਬੰਦਾ ਭਵਜਲ ਤੋਂ ਤਰ ਜਾਂਦਾ ਹੈ ਉਹ ਕਿਹੜੀ ਭਗਤੀ ਹੈ ਇਹੋ ਜੀ। ਹਾਂਜੀ। ਸ਼੍ਰੀ ਮੁਖ ਭਨਤ ਭਏ ਤਿਹ ਕਾਲਾ ਸੁਨੀਏ ਭਗਤ ਪ੍ਰਕਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਫਿਰ ਤੈਨੂੰ ਭਗਤੀ ਦੱਸਨੇ 9 ਤਰੀਕਿਆਂ ਦੀ, ਬੜੇ ਧਿਆਨ ਨਾਲ ਸੁਣੀ। ਆਪ ਜੀ ਵੀ ਸਾਰੇ ਆਪਾਂ ਭਾਵਨਾ ਇਹ ਰੱਖਣੀ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਸੁਣ ਰਹੇ ਹਾਂ। ਹਾਂਜੀ। ਪ੍ਰਿਥਕ ਪ੍ਰਿਥਕ ਹੋਂ ਭਾਖੋਂ ਸਭ ਹੀ ਜੇ ਹੈ ਭਗਤ ਆਚਾਰਾ। ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਆ, ਮਹਾਰਾਜ ਕਹਿੰਦੇ ਮਰਦਾਨਿਆ ਕੱਲਾ ਕੱਲਾ ਤੈਨੂੰ ਮੈਂ ਭਗਤੀ ਦਾ ਪ੍ਰਕਾਰ ਦੱਸਦਾ ਹਾਂ। ਹਾਂਜੀ। ਸਤ ਸੰਗਤ ਸ਼ਸ਼ੂਖਾ ਕਰਨੀ ਮਿਲਤ ਹੈ ਕਾਲ ਬਿਤਾਵੈ। ਹਾਂਜੀ। ਹਰ ਗੁਰ ਕੋ ਇਤਿਹਾਸ ਸੁਨੀਜੈ ਮਨ ਇਕਾਗਰ ਲਾਵੈ। ਸਤ ਸੰਗਤ ਵਿੱਚ ਜਾਣਾ, ਬੜੇ ਧਿਆਨ ਨਾਲ ਸੁਣਿਓ, ਸਾਵਧਾਨ ਹੋਵੋ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਵਿੱਚ ਜਾਣਾ, ਸੰਗਤ ਵਿੱਚ ਜਾ ਕੇ ਸੇਵਾ ਕਰਨੀ, ਇਹ ਕੰਮ ਕਰਕੇ ਵੀ ਜਨਮ ਸਫਲਾ ਹੁੰਦਾ। ਮਹਾਰਾਜ ਕਹਿੰਦੇ ਹੁਣ ਇਹੋ ਹੀ ਇੱਕ ਹੀ ਕੰਮ ਬੰਦਾ ਕਰੀ ਜਾਵੇ, ਸੰਗਤ ਵਿੱਚ ਜਾਵੇ, ਆਪਣਾ ਮਾਣ ਹੰਕਾਰ ਛੱਡ ਕੇ ਨਿਮਰਤਾ ਦੇ ਨਾਲ ਸੇਵਾ ਕਰੇ, ਇਹਦੇ ਨਾਲ ਹੀ ਜਨਮ ਸਫਲਾ ਹੋ ਜਾਂਦਾ ਜੀ। ਲਓ ਇੱਕ ਗੱਲ ਹੀ ਕਮਾਉਣ ਤੇ ਬੰਦਾ ਜ਼ੋਰ ਲਾ ਦੇ ਸਾਰੀ ਜ਼ਿੰਦਗੀ ਦਾ, ਤੇ ਸੰਗਤ ਜੀ ਕਈ ਵਾਰੀ ਇੱਕ ਗੱਲ ਵੀ ਨਹੀਂ ਕਮਾਈ ਜਾਂਦੀ ਜੀ ਬੰਦੇ ਕੋਲੋਂ, ਕੇਵਲ ਇੰਨੀ ਗੱਲ ਦਾ। ਹੁਣ ਸੰਗਤ ਵਿੱਚ ਆਉਣਾ ਬੜੀ ਵੱਡੀ ਗੱਲ ਹੈ, ਫਿਰ ਆ ਕੇ ਹੰਕਾਰ ਛੱਡ ਕੇ ਸੇਵਾ ਕਰਨੀ ਹੋਰ ਵੱਡੀ ਗੱਲ ਹੈ ਜੀ। ਸਤ ਸੰਗਤ ਸ਼ਰੂਖਾ ਕਰਨੀ ਮਿਲ ਕਰ ਕਾਲ ਬਿਤਾਵੈ। ਸੰਗਤ ਵਿੱਚ ਰਹਿਣਾ, ਸੇਵਾ ਕਰਨੀ, ਆਪਣਾ ਜੀਵਨ ਬਤੀਤ ਕਰੇ ਇਸ ਤਰੀਕੇ ਨਾਲ, ਇਹ ਵੀ ਇੱਕ ਭਗਤੀ ਹੈ। ਸਾਰਾ ਜੀਵਨ ਇਸ ਪਾਸੇ ਲਾ ਦੇਵੇ। ਬੜੇ ਸਿੱਖ ਐਸੇ ਹੋਏ ਹੈ, ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਸਾਰਾ ਜੀਵਨ ਇਸ ਪਾਸੇ ਲਾ ਦੇ। ਬਾਬਾ ਮਿੱਤ ਸਿੰਘ ਜੀ ਹੋਏ ਆ, ਨਿਹੰਗ ਸਿੰਘ ਮਹਾਂਪੁਰਖ, ਹਜੂਰ ਸਾਹਿਬ ਵਾਲੇ ਪਾਸੇ। ਕਹਿੰਦੇ ਉਹਨਾਂ ਗੁਰਮੁਖਾਂ ਨੇ ਸਾਰਾ ਜੀਵਨ ਇਸ ਕੰਮ ਚ ਲਾਤਾ ਸੀ ਆਪਣਾ, ਸਾਰਾ ਜੀਵਨ ਸੇਵਾ ਕਰਨੀ ਤੇ ਸੰਗਤ ਕਰਨੀ ਜੀ। ਮਾਤਾ ਸਾਹਿਬ ਦੇਵਾਂ ਜੀ ਦਾ ਸਥਾਨ ਬਣਾਇਆ,
ਤੇ ਬੜੇ ਪਿਆਰ ਨਾਲ ਸੇਵਾ ਕਰਨੀ, ਆਏ ਗਏ ਦੀ ਸੇਵਾ ਕਰਨੀ, ਪਿਆਰ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕਰਨੀ। ਅਸਥਾਨ ਬਣਾਇਆ ਜੀ ਉਹਨਾਂ ਨੇ, ਤੇ ਸਾਰਾ ਜੀਵਨ ਹੀ ਇਸ ਪਾਸੇ ਲਾਇਆ, ਸਾਰਾ ਜੀਵਨ ਹੀ ਇਸ ਪਾਸੇ ਜੀ। ਹੁਣ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਸੁਣਦੇ ਹੋ ਤੁਸੀਂ, ਤੇ ਸੰਗਤ ਜੀ ਸਾਰਾ ਜੀਵਨ ਹੀ ਇਸ ਪਾਸੇ ਲਾਤਾ। ਮਹਾਰਾਜ ਕਹਿੰਦੇ ਐ ਮਿਲਤ ਹੈ ਕਾਲ ਬਿਤਾਵੈ, ਇਸ ਤਰੀਕੇ ਨਾਲ ਜੀਵਨ ਦਾ ਸਮਾਂ ਇਸ ਪਾਸੇ ਲਾਵੇ। ਹਰ ਗੁਰ ਕੋ ਇਤਿਹਾਸ ਸੁਣੀਜੈ, ਮਨ ਇਕਾਗਰ ਲਾਵੈ। ਇਹ ਵੀ ਫਿਰ ਭਗਤੀ ਆ, ਸ਼ਰਵਣ ਭਗਤੀ। ਇੱਕ ਭਗਤੀ ਆ ਇਹ, ਦੂਜੀ ਇਤਿਹਾਸ ਸੁਣੇ, ਰੱਬ ਦੀ ਕਥਾ ਸੁਣੇ। ਕਿਵੇਂ? ਸਾਵਧਾਨ ਹੋ ਗਏ ਤੇ ਇਕਾਗਰਤਾ ਦੇ ਨਾਲ। ਗੱਜ ਕੇ ਆਖੋ ਵਾਹਿਗੁਰੂ। ਹਰ ਗੁਰ ਕੋ ਇਤਿਹਾਸ ਸੁਣੀਜੈ, ਮਨ ਇਕਾਗਰ ਲਾਵੈ। ਮਹਾਰਾਜ ਕਹਿੰਦੇ ਮਰਦਾਨਿਆ ਐ ਮਨ ਇਕਾਗਰ ਕਰਕੇ ਕਥਾ ਸੁਣੇ। ਇਹ ਵੀ ਭਗਤੀ ਹੈ। ਆਪ ਜੀ ਰੋਜ਼ ਭਗਤੀ ਕਰਦੇ ਹੋ, ਭਗਤੀ ਕਰਦੇ ਹੋ। ਮਹਾਰਾਜ ਨੇ ਰਹਿਤਾਂ ਵਿੱਚ ਇਹ ਵੀ ਰਹਿਤ ਦੱਸੀ ਹੈ। 10ਵੇਂ ਪਾਤਸ਼ਾਹ ਜੀ ਦੀ ਜਦੋਂ ਕਥਾ ਹੋ ਰਹੀ ਸੀਗੀ, ਆਇਆ ਸੀ ਨਾ ਬਚਨ ਵੀ ਗੁਰਬਾਣੀ ਦੀ ਤੇ ਇਤਿਹਾਸ ਦੀ ਕਥਾ ਜ਼ਰੂਰ ਸੁਣੇ ਸਿੱਖ ਜੀ। ਉਦੋਂ ਕਥਾ ਚ ਆਈ ਸੀਗਾ ਤਾਂ ਮਹਾਰਾਜ ਦਾ ਬਚਨ ਹੈ। ਇਹ ਭਗਤੀ ਹੈ ਇੱਕ ਕਥਾ ਸੁਣਨੀ। ਤੇ ਮੈਨੂੰ ਦੱਸਣ ਦੇ ਸਨ ਸਿੰਘ ਵਿਦੇਸ਼ਾਂ ਵਿੱਚ ਸੰਗਤਾਂ ਐ ਜਦੋਂ ਕਥਾ ਦਾ ਸਮਾਂ ਹੁੰਦਾ ਟੀਵੀ ਅੱਗੇ ਜਾ ਕੇ ਬਹਿ ਜਾਂਦੇ। ਕਹਿੰਦੇ ਭਗਤੀ ਹੈ ਇੱਕ। ਕਹਿੰਦੇ ਸਾਰਾ ਪਰਿਵਾਰ ਬਹਿ ਜਾਂਦਾ ਕਥਾ ਸੁਣਦੇ ਮਹਾਰਾਜ ਦੀ। ਮਹਾਰਾਜ ਕਹਿੰਦੇ ਮਰਦਾਨਿਆ ਮਨ ਇਕਾਗਰ ਕਰਕੇ ਕਥਾ ਸੁਣਨੀ, ਇਹ ਵੀ ਇੱਕ ਭਗਤੀ ਹੈ। ਤੇ ਦਾਸ ਇੱਕ ਗੁਰਮੁਖ ਦਾ ਬਚਨ ਸੁਣ ਰਿਹਾ ਸੀ। ਕਹਿੰਦੇ ਕਥਾ ਸੁਣਦਿਆਂ ਜਿਹਦਾ ਮਨ ਇਕਾਗਰ ਹੁੰਦਾ ਤੇ ਜਾਂ ਜਿਹਦਾ ਇਕਾਗਰ ਨਹੀਂ ਹੁੰਦਾ, ਉਹ ਨਾਲ ਵਾਹਿਗੁਰੂ 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 ਮਨ ਵਿੱਚ ਜਪਣਾ ਸ਼ੁਰੂ ਹੋ ਜਾਵੇ, ਦੋਹਰਾ ਫਲ ਮਿਲੇਗਾ। ਕਹਿੰਦੇ ਕਥਾ ਸੁਣਨ ਦਾ ਵੀ ਤੇ ਨਾਮ ਜਪਣ ਦਾ ਵੀ ਜੀ। ਹਾਂਜੀ। ਪਦ ਅਰ ਬਿੰਦ ਮਲਿੰਦ ਕਰੇ ਮਨ, ਗੁਰ ਮੂਰਤ ਉਰ ਧਿਆਨਾ। ਫਿਰ ਕਹਿੰਦੇ ਗੁਰੂ ਦੀ ਮੂਰਤੀ ਨੂੰ ਆਪਣੇ ਧਿਆਨ ਵਿੱਚ ਰੱਖੇ ਅਤੇ ਮੁਖ ਨਾਲ ਪ੍ਰੇਮ ਸਹਿਤ ਉਹਦੇ ਗੁਣ ਗਾਵੇ। ਇਹ ਵੀ ਇੱਕ ਭਗਤੀ ਤੀਜੇ ਪ੍ਰਕਾਰ ਦੀ। ਗੱਜ ਕੇ ਆਖੋ ਵਾਹਿਗੁਰੂ। ਪਹਿਲੀ ਭਗਤੀ ਕੀ ਹੈ? ਸੰਗਤ ਵਿੱਚ ਜਾਣਾ, ਸੇਵਾ ਕਰਨੀ ਤੇ ਜਨਮ ਇਸ ਪਾਸੇ ਲਾ ਦੇਣਾ। ਦੂਜੀ ਭਗਤੀ ਕੀ ਹੈ? ਕਥਾ ਸੁਣਨੀ। ਕਥਾ ਸੁਣਨੀ ਭਗਤੀ ਆ। ਡਰਬੀ ਦੇ ਇੱਕ ਸਿੰਘ ਹੈ ਜੀ, ਭਾਈ ਰਵਿੰਦਰ ਸਿੰਘ ਜੀ, ਡਰਬੀ ਦੇ ਵਿੱਚ ਰਹਿੰਦੇ ਆ। ਉਹ ਕਹਿੰਦੇ ਮੇਰੀ ਜ਼ਿੰਦਗੀ ਕਥਾ ਸੁਣਨੀ ਹੈ। ਪਹਿਲਾਂ ਆਪ ਵੀ ਕਥਾ ਸੁਣਨੀ ਹੈ, ਮਸਕੀਨ ਜੀ ਦੀ ਵੀ ਸੁਣਨੀ ਹੈ, ਹੋਰ ਗੁਰਮੁਖ ਪਿਆਰਿਆਂ ਦੀ ਸੁਣਨੀ ਹੈ। ਇੱਧਰ ਬਾਬਾ ਚਮਕੌਰ ਸਿੰਘ ਜੀ ਬਰਿਆਰ ਤੋਂ, ਉਹ ਵੀ ਆਪਣਾ ਸੰਗਤ ਜੀ ਬੜੇ ਧਿਆਨ ਨਾਲ 4-5 ਥਾਵਾਂ ਤੋਂ ਕਥਾ ਸੁਣ ਲੈਂਦੇ ਰੋਜ਼ ਦੀ। ਹਾਂਜੀ। ਉਹਨਾਂ ਨੇ ਮੰਜੀ ਸਾਹਿਬ ਵਾਲੀ ਵੀ ਸੁਣਨੀ ਹੈ, ਇਹ ਵੀ ਕਥਾ ਸੁਣਨੀ ਹੈ, ਪਟਿਆਲੇ ਤੋਂ ਵੀ ਸੁਣਨੀ ਹੈ। ਆਪਣਾ ਨਿਤਨੇਮ ਭਜਨ ਬੰਦਗੀ ਸਭ ਕੁਝ ਵੱਖਰਾ ਜੀ। ਕਥਾ ਸੁਣਨੀ ਕੀ ਹੈ? ਭਗਤੀ ਹੈ। ਸੋ ਤੀਜੀ ਭਗਤੀ ਕਿਹੜੀ ਦੱਸੀ ਆ? ਵੀ ਗੁਰੂ ਦੀ ਮੂਰਤ ਨੂੰ ਹਿਰਦੇ 'ਚ ਵਸਾ ਕੇ ਆਪਣੇ ਗੁਰੂ ਦੀਆਂ ਵਡਿਆਈਆਂ ਕਰਨੀਆਂ। ਇਹ ਵੀ ਇੱਕ ਭਗਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਗੁਰ ਕੀ ਮੂਰਤ ਮਨ ਮਹਿ ਧਿਆਨ। ਗੁਰੂ ਦੀ ਮੂਰਤੀ ਨੂੰ ਮਨ 'ਚ ਧਿਆਨ ਧਾਰਨਾ, ਗੁਰੂ ਦੀ ਮੂਰਤ ਨੂੰ ਹਿਰਦੇ 'ਚ ਵਸਾਉਣਾ, ਆਪਣੇ ਗੁਰੂ ਦੀ ਵੱਡੀ ਸ਼ਖਸੀਅਤ ਨੂੰ ਹਿਰਦੇ 'ਚ ਵਸਾਉਣਾ ਤੇ ਫਿਰ ਗੁਰੂ ਦੀਆਂ ਸਿਫਤਾਂ ਕਰਨੀਆਂ। ਤੇ ਕਿਵੇਂ? ਵੱਧੋ ਲੁੱਤੀ ਨਹੀਂ। ਮਹਾਰਾਜ ਕਹਿੰਦੇ ਆ ਪ੍ਰੇਮ ਸਹਿਤ, ਪ੍ਰੇਮ ਦੇ ਨਾਲ ਗੁਣ ਗਾਉਣੇ, ਪ੍ਰੇਮ ਦਾ। ਸਭ ਤੇ ਵੱਡਾ ਸਤਿਗੁਰ ਨਾਨਕ, ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਦੋਂ ਵੱਡਾ ਆਖਦੇ ਮਾਣ ਨਹੀਂ ਹੁੰਦਾ, ਥੋੜਾ ਜੀ ਹੋਣਾ ਚਾਹੀਦਾ, ਬਾਹਲਾ ਹੀ ਮਾਣ ਹੋਣਾ ਚਾਹੀਦਾ। ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ
ਵੱਡੇ ਨੇ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੇ। ਗੁਰੂ ਦੀ ਮੂਰਤ ਨੂੰ ਹਿਰਦੇ 'ਚ ਵਸਾ ਕੇ ਪਿਆਰ ਦੇ ਨਾਲ ਗੁਰੂ ਦੇ ਗੁਣ ਗਾਉਣੇ, ਇਹ ਤੀਜੇ ਪ੍ਰਕਾਰ ਦੀ ਭਗਤੀ ਹੈ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਗੱਜ ਕੇ ਵੇਖੋ, ਇਸ ਸਮੇਂ ਤਿੰਨ ਭਗਤੀਆਂ ਇਕੱਠੀਆਂ ਹੀ ਹੁੰਦੀਆਂ ਨੇ। ਸੰਗਤ 'ਚ ਬੈਠੇ ਆ, ਸੰਗਤ 'ਚ ਬੈਠੇ ਆ, ਫਿਰ ਇਤਿਹਾਸ ਦੀ ਕਥਾ ਸੁਣ ਰਹੇ ਆ, ਗੁਰੂ ਦੀ ਕਥਾ ਸੁਣ ਰਹੇ। ਗੁਰੂ ਦੀ ਕਥਾ ਰੱਬ ਦੀ ਕਥਾ, ਤੇ ਫਿਰ ਗੁਰੂ ਦੀ ਵਡਿਆਈ ਪ੍ਰੇਮ ਨਾਲ ਹੋ ਰਹੀ ਹੈ। ਤਿੰਨੋਂ ਭਗਤੀਆਂ ਇਕੱਠੀਆਂ ਹੀ ਹੋ ਰਹੀਆਂ ਜੀ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਗੱਜ ਕੇ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਵੇਖਿਓ ਅਗਲੀ ਗੱਲ ਮਹਾਰਾਜ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਕਿਹੜੀ ਕਹਿ ਰਹੇ, ਬੜੇ ਧਿਆਨ ਨਾਲ ਸੁਣਿਓ। ਪ੍ਰੇਮ ਸਹਿਤ, ਪ੍ਰੇਮ ਸਹਿਤ ਗੁਣ ਗਾਵਹਿ ਮੁਖ ਸੋ ਪੁਲ ਕਾਵਲ ਤਨ ਆਨਾ। ਕਹਿੰਦੇ ਮੁਖ ਤੋਂ ਪਿਆਰ ਨਾਲ ਗੁਰੂ ਸਾਹਿਬ ਦੇ ਗੁਣ ਗਾਵੇ ਤੇ ਸਰੀਰ ਨੂੰ ਲੋਹ ਖੜੇ ਹੋ ਜਾਣ ਸਰੀਰ ਦੇ। ਐਡਾ ਮੁਖ ਤੋਂ ਪ੍ਰੇਮ ਨਾਲ ਗੁਣ ਗਾਵੇ ਤੇ ਲੂੰ ਖੜੇ ਹੋਣ ਵਾਲੀ ਹਾਲਤ ਹੋ ਜਾਵੇ ਸਰੀਰ ਦੀ ਜੀ। ਜਦੋਂ ਸੰਗਤ ਜੀ ਕੋਈ ਪਿਆਰ ਨਾਲ ਗੱਜ ਕੇ ਗੁਰੂ ਦੀ ਸਿਫਤ ਕਰਦਾ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਸਰੀਰ ਦੇ ਲੂੰ ਕੰਡੇ ਖੜੇ ਹੋ ਜਾਂਦੇ ਹੈ। ਰੋਮ ਰੋਮ ਚ ਨਵੀਂ ਤਾਕਤ ਆ ਜਾਂਦੀ ਹੈ। ਇੱਕ ਇੱਕ ਰੋਮ ਚ ਤਾਕਤ ਆਉਂਦੀ ਹੈ ਜਦੋਂ ਮੁਖ ਤੋਂ ਕੋਈ ਗੁਰੂ ਨਾਨਕ ਸਾਹਿਬ ਆਪਣੇ ਸਤਿਗੁਰੂ ਦਾ ਐ ਜੁੜ ਕੇ ਜਸ ਕਰਦਾ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਭਗਤੀ ਹੈ। ਹਾਂਜੀ, ਹੁਣ ਇੰਨੀ ਜ਼ੋਰ ਦੀ ਭਾਵ, ਇੰਨੇ ਆਨੰਦ ਵਿੱਚ, ਇੰਨੇ ਪ੍ਰੇਮ ਚ ਗੁਣ ਗਾਇਓ। ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਿਓ, ਮਹਾਰਾਜ ਜੋ ਕਹਿ ਰਹੇ ਹੋ ਬਣ ਜਾਵੇ ਸਾਡੇ ਅੰਦਰ ਜੀ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਮਹਾਰਾਜ ਕਹਿੰਦੇ ਮਰਦਾਨਿਆ ਇਹ ਤੀਜੀ ਭਗਤੀ ਹੈ। ਵੇਖ ਲੋ, ਤਿੰਨ ਭਗਤੀਆਂ ਇਕੱਠੀਆਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਜੀ।
ਕਿੱਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਤੇ ਕਿਰਪਾ ਕੀਤੀ। ਹੱਥ ਜੋੜੋ ਤੇ ਗੁਰੂ ਜੀ ਦਾ ਸ਼ੁਕਰਾਨਾ ਕਰੋ, ਪਿਆਰ ਨਾਲ ਸਿਰ ਝੁਕਾ ਕੇ ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਤੀਜੀ ਭਗਤੀ ਹੈ। ਹਾਂਜੀ। ਦਮ ਸਮ ਭਾ ਬਰਕਤ ਕਰ ਮਨ ਤੇ ਸੁਰਗਾਦਿਕ ਤਜ ਚਾਹਾ। ਫਿਰ ਮਹਾਰਾਜ ਕਹਿੰਦੇ ਇੰਦਰੀਆਂ ਤੇ ਮਨ ਨੂੰ ਰੋਕੇ, ਇੰਦਰੀਆਂ ਨੂੰ ਰੋਕੇ, ਇੱਧਰ ਉੱਧਰ ਸੰਗਤ ਵਿੱਚ ਤੱਕਣਾ, ਕੋਈ ਆ ਗਿਆ ਹੈ, ਕੋਈ ਬੈਠ ਗਿਆ ਹੈ। ਇੰਦਰੀਆਂ ਨੂੰ ਰੋਕੇ, ਮਨ ਨੂੰ ਰੋਕੇ, ਤੇ ਸਵਰਗ ਦੀ ਚਾਹਤ ਵੀ ਨਾ ਰੱਖੇ ਵੀ ਮੈਨੂੰ ਸਵਰਗ ਮਿਲੇ। ਮਹਾਰਾਜ ਕਹਿੰਦੇ ਇਹ ਚੌਥੀ ਭਗਤੀ ਹੈ। ਹਾਂਜੀ। ਪਰ ਕੇ ਦੋਖ ਨਾ ਚੀਨਤ ਮਨ ਮੈਂ ਹਾਨ ਲਾਭ ਸਮਤਾਹ। ਤੇ ਲਾਭ ਤੇ ਹਾਨੀ ਦੀ ਵਿਚਾਰ ਨਾ ਕਰੇ ਜਦੋਂ ਭਗਤੀ ਕਰ ਰਿਹਾ ਹੋਵੇ, ਤੇ ਕਿਸੇ ਦੂਜੇ ਤੇ ਦੋਖ ਨਾ ਵੇਖੇ। ਹੁਣ ਪਹਿਲੀਆਂ ਤਿੰਨ ਕਰਦੀਆਂ ਤੇ ਚਲੋ ਉਹਦੇ ਵਾਸਤੇ ਵੀ ਕਿਰਪਾ ਦੀ ਲੋੜ ਹੈ, ਪਰ ਅੱਗੋਂ ਅੱਗੋਂ ਫਿਰ ਕਲਾਸਾਂ ਵੱਡੀਆਂ ਹੁੰਦੀਆਂ ਜਾਂਦੀਆਂ ਜੀ, ਅੱਗੋਂ ਅੱਗੋਂ ਸਟੇਜ ਵੱਡੀ ਹੋਈ ਜਾਂਦੀ ਹੈ। ਮਹਾਰਾਜ ਕਹਿੰਦੇ ਆ ਮਰਦਾਨਿਆ ਦੋਖ ਨਾ ਵੇਖੇ, ਲਾਭ ਹਾਨੀ ਇਹਦੀ ਵਿਚਾਰ ਵੀ ਨਾ ਕਰੇ। ਹਾਂਜੀ। ਛਲ ਬਹੀਨ ਸਭਹੀ ਤੇ ਹੋਵਨ ਹਰਖ ਸ਼ੋਕ ਨਹਿ ਆਵੈ। ਹਾਂ, ਇਸ ਗੱਲ ਦਾ ਧਿਆਨ ਰੱਖਣਾ, ਵਿਚਾਰ ਇੱਕ ਤੇ ਕਰਨੀ ਹੈ ਵੀ ਕਿਸ ਕੰਮ 'ਚ ਲਾਭ ਹੈ। ਸਤ ਸੰਗਤ ਕੀਤਿਆਂ ਲਾਭ ਹੈ, ਗੱਜ ਕੇ ਆਖੋ ਵਾਹਿਗੁਰੂ। ਪਰ ਦੁਨਿਆਵੀ ਤੌਰ ਤੇ ਲਾਭ ਹੋਵੇ ਹਾਨੀ ਹੋਵੇ, ਅਵਸਥਾ ਬਰਾਬਰ ਰਵੇ ਉਹਦੀ ਜੀ। ਦੁਨਿਆਵੀ ਤੌਰ ਤੇ ਹਾਨ ਲਾਭ ਬਰਾਬਰ ਹੋਣ ਉਹਦੇ ਵਾਸਤੇ। ਜੋ ਨਰ ਦੁਖ ਮਹਿ ਦੁਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੈ। ਭਗਤੀ ਹੈ। ਫਿਰ ਛਲ ਬਹੀਨ ਸਭਹੀ ਤੇ ਹੋਵਨ ਹਰਖ ਸ਼ੋਕ ਨਹਿ ਆਵੈ। ਮਹਾਰਾਜ ਕਹਿੰਦੇ ਛਲ ਰਹਿ ਤੋਰੀ ਨਜ਼ਰ ਹੋਵੇ, ਕਿਸੇ ਨਾਲ ਧੋਖਾ ਕਰਨ ਦਾ ਫੁਰਨਾ ਨਾ ਹੋਵੇ। ਗੱਜ ਕੇ ਆਖੋ ਵਾਹਿਗੁਰੂ। ਧੋਖਾ ਨਾ ਕਰੇ ਕਿਸੇ ਨਾਲ। ਛਲ ਰਹਿ ਤੋਰੀ ਨਜ਼ਰ ਹੋਵੇ, ਖੁਸ਼ੀ ਗਮੀ ਫਿਰ ਉਹਦੇ ਨੇੜੇ ਵੀ ਨਾ ਆਵੇ। ਮਹਾਰਾਜ ਕਹਿੰਦੇ ਹਾਂਜੀ। ਦ੍ਰਿੜ ਨਿਸ਼ਚਾ ਕਰ ਤਾਰ ਬਖਿਆਤ ਡੋਲ ਨ ਕਬਹੂ ਜਾਵੇ। ਤੇ ਮਹਾਰਾਜ ਕਹਿੰਦੇ ਹਿਰਦਾ ਐ ਅਡੋਲ ਰੱਖੇ ਰੱਬ ਵਿੱਚ, ਰੱਬ ਤੇ ਭਰੋਸਾ ਇਹ ਨਾ ਹੋਵੇ, ਉਹਦਾ ਹਿਰਦਾ ਹੀ ਨਾ ਡੋਲੇ ਕਦੀ। ਮਹਾਰਾਜ ਕਹਿੰਦੇ ਹਾਂਜੀ। ਹਰ ਸਰੂਪ ਸਭ ਹੂੰ ਕੋ ਜਾਣੈ ਰਵਿਓ ਸਭ ਕੇ ਮਾਹੀ। ਤੇ ਹਰੀ ਦੇ ਸਰੂਪ ਨੂੰ ਸਾਰਿਆਂ ਵਿੱਚ ਜਾਣੇ। 9 ਪ੍ਰਕਾਰ ਦੀ ਭਗਤੀ ਹੈ। ਰੱਬ ਦਾ ਰੂਪ ਸਾਰਿਆਂ ਵਿੱਚ ਵੇਖੇ। ਹਾਂਜੀ। ਇਹ ਵਿਦ ਹੈ ਸੂਸ਼ਮ ਕਰ ਵਰਣੀ ਏਕ ਪ੍ਰਾਪਤ ਜਾਹੀ। ਹੁਣ ਗੱਲ ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਸ ਸੰਪੂਰਨਤਾ ਹੈ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਵਿਦ ਹੈ ਸੂਛਮ ਕਰ ਵਰਣੀ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਤੈਨੂੰ ਛੋਟਾ ਜਿਹਾ ਰੂਪ ਦੱਸਿਆ ਭਗਤੀ ਦਾ, ਖੋਲ ਕੇ ਨਹੀਂ ਗੱਲ ਦੱਸੀ। ਏਕ ਪ੍ਰਾਪਤ ਜਾਹੀ। ਮਹਾਰਾਜ ਕਹਿੰਦੇ ਆ ਇਹ 9 ਪ੍ਰਕਾਰ ਦੀ ਭਗਤੀ ਚੋਂ ਕਿਸੇ ਨੂੰ ਇੱਕ ਤਰ੍ਹਾਂ ਦੀ ਵੀ ਭਗਤੀ ਮਿਲ ਜਾਵੇ, ਕੁਲ ਸਮੇਤ ਤਰ ਹੈ ਭਵ ਸਾਗਰ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਆਪ ਤੇ ਤਰਦਾ ਹੀ ਹੈ, ਆਪਣੀ ਕੁੱਲ ਨੂੰ ਵੀ ਤਾਰ ਲੈਂਦਾ ਸੱਚੇ ਪਾਤਸ਼ਾਹ ਕਹਿੰਦੇ ਹਾਂਜੀ। ਅਵਰ ਤਰੈ ਤਿਹ ਸੰਗਾ। ਤੇ ਉਹਦੇ ਨਾਲ ਹੋਰ ਕਈ ਤਰ ਜਾਂਦੇ। ਮਹਾਰਾਜ ਕਹਿੰਦੇ ਮਰਦਾਨਿਆਂ ਜਿਹੜਾ ਵੇਖੋ ਹੁਣ ਪਹਿਲੀਆਂ 3 ਭਗਤੀਆਂ ਤਾਂ ਸੁਣੀਆਂ, ਸਮਝੀਆਂ ਵੀ ਤੁਸੀਂ। ਉਹਦੇ ਤੋਂ ਅੱਗੇ ਨਿਰਛਲ ਰਵੇ, ਧੋਖੇ ਵਾਲੀ ਭਾਵਨਾ ਨਾ ਰਹੇ, ਵਾਹਿਗੁਰੂ ਜੀ ਦਾ ਰੂਪ ਸਾਰਿਆਂ 'ਚ ਜਾਣਦਾ ਹੋਵੇ, ਪਰਮੇਸ਼ਰ ਦੇ ਵਿੱਚ ਪੂਰਾ ਪੂਰਾ ਭਰੋਸਾ ਹੋਵੇ। ਹਾਂਜੀ, ਪੂਰਾ ਪੂਰਾ ਭਰੋਸਾ ਹੋਵੇ। ਮਨ ਨੂੰ ਇੰਦਰੀਆਂ ਨੂੰ ਰੋਕੇ, ਸਵਰਗ ਦੀ ਇੱਛਾ ਨਾ ਰੱਖੇ, ਪਰਾਏ ਬਾਰੇ ਮਨ 'ਚ ਮੂਰਾ ਨਾ ਰੱਖੇ, ਹਾਨ ਲਾਭ ਬਰਾਬਰ ਹੋਵੇ, ਸਤ ਸੰਗਤ ਦੀ ਸੇਵਾ ਕਰੇ, ਆਪਣਾ ਜੀਵਨ ਇੱਧਰ ਲਾਵੇ, ਗੁਰੂ ਦਾ ਇਤਿਹਾਸ ਪਰਮੇਸ਼ਰ ਦੀ ਕਥਾ ਸੁਣੇ, ਗੁਰੂ ਦੀ ਇੰਨੀ ਸਿਫਤ ਕਰੇ, ਸਿਫਤ ਕਰਦਿਆਂ ਪ੍ਰੇਮ ਨਾਲ ਮੁਖੋਂ ਇਸ ਤਰ੍ਹਾਂ ਬੋਲੇ ਲੂਹ ਕੰਡੇ ਖੜੇ ਹੋਣ ਵਾਲੀ ਅਵਸਥਾ ਬਣੇ। ਇਹਨਾਂ ਵਿੱਚੋਂ ਕਿਸੇ ਵਿੱਚ ਇੱਕ ਵੀ ਗੁਣ ਆ ਗਿਆ ਉਹ ਨਰਕਾਂ ਨੂੰ ਨਹੀਂ ਜਾਏਗਾ। ਮਹਾਰਾਜ ਕਹਿੰਦੇ ਆਪ ਵੀ ਤਰੇਗਾ, ਦੂਜਿਆਂ ਨੂੰ ਵੀ ਤਾਰੇਗਾ। ਹਾਂਜੀ। ਭਗਤ ਕਰਤ ਮਾਇਆ ਨਹਿ ਮੋਹਿ ਰਾਚਹਿ ਹਰ ਕੇ ਰੰਗਾ। ਜੇ ਇਹ ਕੰਮ ਕਰਦਾ ਰਵੇ, ਭਗਤੀ ਕਰਦਾ ਰਵੇ, ਤੇ ਗੁਰੂ ਦੇ ਅੱਗੇ ਅਰਦਾਸਾਂ ਕਰੇ ਵੀ ਮਾਇਆ ਨਾ ਪਵੇ।
ਮਾਇਆ ਨਾ ਪਵੇ ਤੇ ਕਹਿੰਦੇ ਅਰਦਾਸਾਂ ਕਰਦਾ ਰਵੇ। ਸੋ ਸੰਗਤ ਜੀ ਆਪਾਂ ਇਹ ਵੀ ਅਰਦਾਸ ਕਰਨੀ ਹੈ। ਮਹਾਰਾਜ ਕਹਿੰਦੇ ਫਿਰ ਭਗਤੀ ਕਰਦੇ ਉੱਤੇ ਮਾਇਆ ਅਸਰ ਨਹੀਂ ਪਾਉਂਦੀ ਤੇ ਕਰਦਿਆਂ ਕਰਦਿਆਂ ਸਹਿਜ ਸੁਭਾਅ ਉਹ ਗੁਰੂ ਦੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਸੋ 9 ਪ੍ਰਕਾਰ ਦੀ ਨਿਰੀ ਭਗਤੀ ਸੁਣਨੀ ਨਹੀਂ ਹੈ, ਯਤਨ ਕਰਨਾ ਹੈ। ਸੰਗਤ ਜੀ ਇਹ ਭਗਤੀ ਸਾਡੇ ਜੀਵਨ ਦਾ ਅੰਗ ਵੀ ਬਣੇ ਜੀ। ਆਓ ਮਹਾਰਾਜ ਜੀ ਦੀਆਂ ਸਿਫਤਾਂ ਕਰਕੇ ਫਿਰ ਖਿਮਾ ਮੰਗਾ। ਸਾਵਧਾਨ ਹੋਵੋ ਐ ਗੱਜ ਕੇ, ਜਿਵੇਂ ਮਹਾਰਾਜ ਨੇ ਕਿਹਾ ਪਿਆਰ ਨਾਲ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਨੀ ਹੈ, ਤੁਹਾਨੂੰ ਬਹੁਤ ਕੁਝ ਮਿਲਣਾ ਹੈ, ਸਾਨੂੰ ਬਹੁਤ ਪ੍ਰਾਪਤੀ ਹੋਏਗੀ। ਧੰਨ ਧੰਨ ਸਤਿਗੁਰੂ ਹਮਾਰਾ, 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 ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਇਹ ਵੀ ਇੱਕ ਭਗਤੀ ਹੈ। ਹਾਂਜੀ, ਤੇ ਚੌਥੀ ਭਗਤੀ ਵੀ ਸੁਣ ਲਓ। ਜੇ ਕਥਾ ਸੁਣਦਿਆਂ ਮਨ ਰੋਕ ਕੇ, ਇੰਦਰੀਆਂ ਰੋਕ ਕੇ ਐ ਧਿਆਨ ਨਾਲ ਸੁਣੋ ਤੇ ਚੌਥੀ ਭਗਤੀ ਵੀ ਨਾਲ ਹੀ ਹੋ ਜਾਣੀ ਹੈ। ਤੇ ਪੰਜਵੀਂ ਵੀ ਸੁਣ ਲਓ, ਜਿਹੜੀ 9ਵੇਂ ਨੰਬਰ ਤੇ ਮਹਾਰਾਜ ਨੇ ਆਖੀ ਵੀ ਮਨ ਸਾਵਧਾਨ ਕਰਕੇ ਪਰਮੇਸ਼ਰ 'ਚ ਭਰੋਸਾ ਰੱਖਣਾ। ਪਰਮੇਸ਼ਰ ਕੀ ਹੈ? ਗੁਰ ਪਰਮੇਸ਼ਰ ਨਾ ਹੀ ਭੇਦ। ਸਤਿਗੁਰੂ ਤੇ ਭਰੋਸਾ ਰੱਖਣਾ। ਪੰਜਵੀਂ ਭਗਤੀ ਵੀ ਨਾਲੇ ਹੋ ਜਾਣੀ ਹੈ ਜੀ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।